गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। सच्चे पातशाह गुरबाणी गुरु विच जो आपां नूं भेज दे रहे शब्द गुरु का नाम का, जिहदे नालों साडे मन की लिव टूटी है ते जिहदे नाल दोबारा जुड़ के असीं ये भव सागर संसार सागर पार होना है। महाराज सच्चे पातशाह आपां नूं फिर समझाउंदे भी गुरु नूं मिल के ही, शब्द गुरु दे नाल जुड़ के ही ये भव जल भव सागर तो पार होया जा सकदा। ते जदों असीं पार होवांगे फिर असीं दरगाह दे विच जावांगे परलोक दे विच, ते जिसे जाण दे नाल साडा मुख उजल हो जाना है, साडे मन नूं मान मिलना है दरगाह दे विच, ते साडे मन की इज्जत बच रहनी। महाराज फरमाउंदे ने गौर मिल भव जल लंघी है, दरगाह बच परवान नानक ते मुख उजले धन उपजे शब्द निशान। भी ये निशानी है धन साडे अंदर जदों नाम प्रगट हो गया, असीं वो नाम दे नाल जुड़ के साडी सुरती ने ये भव सागर तो पार लगता है। शब्द तो बिना नाम तो बिना
ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਨਹੀਂ ਸਕਦੇ। ਇਸ ਲਈ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਜੀਵ ਨੂੰ ਨਾ ਭੇਤ ਹੋਣ ਕਰਕੇ ਸ਼ਬਦ ਗੁਰੂ ਦਾ ਫਿਰ ਉਹ ਦੁਬਦਾ ਦੇ ਵਿੱਚ ਪੈ ਕੇ ਇਹ ਭਵ ਸਾਗਰ ਦੇ ਵਿੱਚ ਵਾਰ-ਵਾਰ ਡੁੱਬਦਾ ਹੈ ਤੇ ਵਾਰ-ਵਾਰ ਸਾਨੂੰ ਜੂਨਾਂ ਦੇ ਵਿੱਚ ਆਉਣਾ ਜਾਣਾ ਪੈਂਦਾ ਹੈ। ਇਸ ਲਈ ਫਰਮਾਉਂਦੇ ਨੇ ਬਿਨ ਸ਼ਬਦੇ ਭਵ ਜਲ ਕਿਉਂ ਚਰੀਏ, ਹਉਮੈ ਰੋਗ ਜਗਤ ਵਿਆਪਿਆ, ਦੁਬਦਾ ਡੁੱਬ ਡੁੱਬ ਮਰੀਏ। ਕਿ ਐਸਾ ਰੋਗ ਲੱਗਿਆ ਸਾਡੇ ਮਨ ਨੂੰ ਹਉਮੈ ਦਾ, ਦੁਬਦਾ ਦਾ, ਫਿਰ ਅਸੀਂ ਇਹ ਭਵ ਸਾਗਰ ਦੇ ਵਿੱਚ ਡੁੱਬਦੇ ਹਾਂ ਤੇ ਡੁੱਬ ਡੁੱਬ ਕੇ ਮਰਦੇ ਹਾਂ। ਹੁਣ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਕਿ ਤੁਸੀਂ ਇਹ ਸ਼ਬਦ ਗੁਰੂ ਨਾਲ ਜੁੜੋ ਤੇ ਜੁੜ ਕੇ ਹੀ ਸ਼ਬਦ ਗੁਰੂ ਨਾਲ ਫਿਰ ਤੁਸੀਂ ਇਹ ਭਵ ਸਾਗਰ ਤੋਂ ਪਾਰ ਹੋ ਸਕਦੇ। ਜੈਸ ਵਰਤਾਏ ਆਪਾਂ ਨੂੰ ਰੋਜ਼ ਸਮਝਾਉਂਦੇ ਭਵ ਜਲ ਵੇਖਮ ਸਗਾਹੂ, ਗੁਰ ਸ਼ਬਦੀ ਵਾਰ ਪਾਈ। ਹੁਣ ਸੰਸਾਰ ਦੇ ਵਿੱਚ ਕਹਿੰਦੇ ਤਾਂ ਜੀਵ ਬਹੁਤ ਨੇ ਬਈ ਸਾਡਾ ਸ਼ਬਦ ਗੁਰੂ ਹੈ, ਅਸੀਂ ਪੁਜਾਰੀ ਹਾਂ ਸ਼ਬਦ ਗੁਰੂ ਦੇ, ਅਸੀਂ ਕਿਸੇ ਨੂੰ ਹੋਰ ਮੰਨਦੇ ਨਹੀਂ। ਹੁਣ ਉਹ ਸ਼ਬਦ ਗੁਰੂ ਕਿੱਥੇ ਹੈ, ਕਿਹੜਾ ਸ਼ਬਦ ਗੁਰੂ ਹੈ, ਇਹਦਾ ਭੇਦ ਵਿਰਲੇ ਵਿਰਲੇ ਗੁਰਮੁਖਾਂ ਨੂੰ। ਉੱਦਾਂ ਅਸੀਂ ਕਹਿ ਜ਼ਰੂਰ ਦਿੰਦੇ ਹਾਂ ਬਈ ਸ਼ਬਦ ਗੁਰੂ ਹੈ ਸਾਡਾ, ਪਰ ਉਹ ਸ਼ਬਦ ਗੁਰੂ ਕਿੱਥੇ ਹੈ ਜੇ ਸਾਨੂੰ ਕੋਈ ਪੁੱਛੇ ਤੇ ਜੇ ਅਸੀਂ ਉਹਦੇ ਨਾਲ ਜੁੜੇ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਸ਼ਬਦ ਗੁਰੂ ਹੈ ਕਿੱਥੇ, ਕਿਸ ਨੂੰ ਸ਼ਬਦ ਗੁਰੂ ਕਹਿੰਦੇ ਨੇ। ਫਿਰ ਮਹਾਰਾਜ ਗੁਰਬਾਣੀ 'ਚ ਸਾਨੂੰ ਦੱਸਦੇ ਵੀ ਉਹ ਸ਼ਬਦ ਗੁਰੂ ਹੈ ਅਗੰਮ ਦੇ ਵਿੱਚ। ਇਹ ਤ੍ਰੈ ਗੁਣਾਂ ਚੋਂ ਮਾਇਆ ਤੋਂ ਉੱਪਰ ਹੈ ਸ਼ਬਦ ਗੁਰੂ। ਜਿੱਥੇ ਸੰਸਾਰ ਦੀ ਭਾਸ਼ਾ ਖਤਮ ਹੋ ਜਾਂਦੀ ਜਿਹੜੀ ਇਹ ਆਪਾਂ ਬੋਲਦੇ ਹਾਂ, ਇਸ ਭਾਸ਼ਾ ਨੂੰ ਕਹਿੰਦੇ ਨੇ ਕੱਚੀ ਬਾਣੀ, ਜਿਹੜੀ ਇਹ ਪੌਣ ਬਾਣੀ ਅਗਨ ਚੋਂ ਪ੍ਰਗਟ ਹੁੰਦੀ ਹੈ। ਇਹ ਸਾਰੀ ਨਾਮ ਦੇ ਮਤਹਿ ਦੇ ਨਾਮ ਤੋਂ ਥੱਲੇ ਜਿੱਥੇ ਭਾਸ਼ਾ ਖਤਮ ਹੋ ਜਾਂਦੀਆਂ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਜਿੰਨੀਆਂ ਵੀ ਬੋਲੀਆਂ ਜਾਂਦੀਆਂ, ਜਿੱਥੇ ਇਹ ਭਾਸ਼ਾ ਖਤਮ ਹੋਏਗੀ ਉਸ ਤੋਂ ਅੱਗੇ ਨਾਮ ਸ਼ੁਰੂ ਹੋਣਾ ਹੈ। ਇਸ ਕਰਕੇ ਨਾਮ ਹੈ ਜਿਹੜਾ ਉਹ ਕਿਸੇ ਭਾਸ਼ਾ 'ਚ ਨਹੀਂ ਆਉਂਦਾ। ਸੰਸਾਰ ਦੀ ਕਿਸੇ ਵੀ ਦੁਨਿਆਵੀ ਭਾਸ਼ਾ ਦੇ ਵਿੱਚ ਉਹ ਨਾਮ ਨਹੀਂ ਆਉਂਦਾ। ਨਾ ਨਾਮ ਬੋਲਣ 'ਚ ਆਵੇ ਤੇ ਨਾ ਹੀ ਨਾਮ ਕਿਸੇ ਲਿਖਤ ਪੜ੍ਹਤ ਦੇ ਵਿੱਚ ਆਵੇ, ਲਿਖਿਆ ਨਹੀਂ ਜਾਂਦਾ। ਉਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਿੱਥੇ ਇਹ ਜਿਹੜੀ ਅਸੀਂ ਭਾਸ਼ਾ ਬੋਲਦੇ ਹਾਂ ਭਾਸ਼ਾ ਖਤਮ ਹੋ ਜਾਏਗੀ, ਪੌਣ ਪਾਣੀ ਅਗਨ ਖਤਮ ਹੋ ਜਾਂਦੇ, ਉਸ ਤੋਂ ਅੱਗੇ ਇਹਦੇ ਨਾਮ ਹੈ ਜਿਹੜਾ ਸ਼ੁਰੂ ਹੁੰਦਾ ਹੈ। ਮਹਾਰਾਜ ਫਰਮਾਉਂਦੇ ਨੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਉ। ਬਈ ਜਿੱਥੇ ਪੌਣ ਪਾਣੀ ਖਤਮ ਹੋ ਗਏ, ਭਾਸ਼ਾ ਖਤਮ ਹੋ ਗਈ, ਉਸ ਤੋਂ ਅੱਗੇ ਨਾਮ ਨੇ ਸ਼ੁਰੂ। ਜਦ ਤੱਕ ਹੁਣ ਅਸੀਂ ਇਹ ਭਾਸ਼ਾ ਬੋਲਦੇ ਹਾਂ ਸੰਸਾਰ ਦੀ, ਇਹ ਪੌਣ ਪਾਣੀ ਅਗਨ ਦੇ ਵਿੱਚ ਮਿਲ ਕੇ ਉਹਨਾਂ ਸਮਾਂ ਅਸੀਂ ਨਾਮ ਨਾਲ ਜੁੜ ਨਹੀਂ ਸਕਦੇ, ਕਿਉਂਕਿ ਨਾਮ ਉਦੋਂ ਸ਼ੁਰੂ ਹੋਏਗਾ ਜਦੋਂ ਇਹ ਭਾਸ਼ਾ ਸਾਡੀ ਖਤਮ ਹੋਏਗੀ। ਇਸ ਵਾਸਤੇ ਫਿਰ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਆਪਣੀ ਭਾਸ਼ਾ 'ਚ, ਆਪਾਂ ਨੂੰ ਇਹ ਗੁਰਮੰਤਰ ਦਿੱਤਾ ਜਾਂਦਾ ਜੋ ਆਪਾਂ ਇਹ ਵਾਹਿਗੁਰੂ ਜਪਦੇ। ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਉੱਥੇ ਗੁਰਮੰਤਰ ਵੀ ਬੰਦ ਹੋ ਜਾਂਦਾ। ਇਹ ਸਿਰਫ ਸਿਮਰਨ ਆਪਾਂ ਉਨਾ ਸਮਾਂ ਹੀ ਕਰਦੇ ਹਾਂ ਜਿੰਨਾ ਸਮਾਂ ਸਾਡਾ ਮਨ ਪਾਉਣ 'ਚ ਮਿਲਿਆ ਹੋਏ, ਜਿੰਨਾ ਸਮਾਂ ਆਪਾਂ ਇਹ ਸਵਾਸ ਆਪਣੇ
ਚੱਲ ਰਹੇ ਨੇ, ਸਵਾਸਾਂ 'ਚ ਮਿਲ ਕੇ ਆਪਾਂ ਸਿਮਰਨ ਕਰਦੇ ਹਾਂ। ਜਦੋਂ ਅਸੀਂ ਇਹਨਾਂ ਪਾਉਣ ਤੋਂ ਵੱਖ ਹੋ ਗਏ, ਸਵਾਸਾਂ ਤੋਂ ਅੱਡ ਹੋ ਗਿਆ ਸਾਡਾ ਮਨ, ਉਥੇ ਫਿਰ ਆ ਭਾਸ਼ਾ ਨਹੀਂ, ਇਹ ਭਾਸ਼ਾ ਖਤਮ ਹੋ ਜਾਂਦੀ। ਉਥੇ ਜਿਹੜੀ ਭਾਸ਼ਾ ਚੱਲਦੀ ਹੈ ਉਹ ਹੈ ਅਨਹਦ, ਮਾਲਕ ਦੀ ਭਾਸ਼ਾ, ਨਿਰੰਕਾਰ ਦੀ। ਇਸ ਵਾਸਤੇ ਉਹ ਜਿਹੜੀ ਭਾਸ਼ਾ ਫਿਰ ਉਹ ਕਿਸੇ ਸੰਸਾਰ ਦੀ ਭਾਸ਼ਾ 'ਚ ਨਹੀਂ ਆਉਂਦੀ, ਉਹ ਲਿਖੀ ਨਹੀਂ ਜਾਂਦੀ ਹੈ। ਹੁਣ ਕਈ ਜੀਵ ਕਹਿਣਗੇ ਵੀ ਇਹ ਕਿੱਦਾਂ ਦਾ ਨਾਮ ਹੈ ਜਿਹੜਾ ਨਾ ਲਿਖਿਆ ਜਾਵੇ, ਨਾ ਬੋਲਿਆ ਜਾਵੇ, ਵੀ ਇਹ ਤਾਂ ਐਵੇਂ ਝੂਠ ਮਾਰਦੇ ਨੇ ਜੀ, ਇੱਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਹੈ। ਹੁਣ ਮਹਾਰਾਜ ਗੁਰਬਾਣੀ 'ਚ ਸਾਨੂੰ ਰੋਜ਼ ਸਮਝਾਉਂਦੇ ਗੁਰੂ ਨਾਨਕ ਦੇਵ ਜੀ, ਬਈ ਸੰਸਾਰ ਦੇ ਵਿੱਚ ਨਾ ਕੋਈ ਐਸਾ ਕਾਗਜ਼ ਹੈ, ਨਾ ਕੋਈ ਐਸੀ ਕਲਮ ਹੈ ਜਿਹਦੇ ਦੁਆਰਾ ਨਾਮ ਲਿਖਿਆ ਜਾ ਸਕੇ। ਮਹਾਰਾਜ ਕਹਿੰਦੇ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਬਈ ਸੰਸਾਰ ਦੇ ਵਿੱਚ ਨਾ ਕੋਈ ਐਸਾ ਕਾਗਜ਼ ਹੈ, ਨਾ ਕੋਈ ਐਸੀ ਕਲਮ ਹੈ ਜਿਹਦੇ ਦੁਆਰਾ ਨਾਮ ਲਿਖਿਆ ਜਾ ਸਕੇ। ਵੀ ਨਾਮ ਹੈ ਜਿਹੜਾ ਲਿਖਿਆ ਜਾਂਦਾ ਹੀ ਨਹੀਂ, ਉਹ ਇਹ ਭਾਸ਼ਾ 'ਚ ਆਉਂਦਾ ਹੀ ਨਹੀਂ ਹੈ। ਉਹ ਸਿਰਫ ਆਪਾਂ ਨੂੰ ਸੁਣਾਈ ਦਿੰਦਾ, ਆਪਾਂ ਸੁਣ ਸਕਦੇ ਹਾਂ। ਸੁਣੇਗਾ ਵੀ ਸਾਨੂੰ ਉਦੋਂ ਜਦੋਂ ਆਪਾਂ ਗੁਰੂ ਦੀ ਮੱਤ ਦੁਆਰਾ ਇਹ ਸਿਮਰਨ ਅਭਿਆਸ ਕਰਕੇ ਪਾਉਣ ਤੋਂ ਅੱਡ ਹੋਣਾ ਸਿੱਖ ਲਾਂਗੇ। ਜਦੋਂ ਆਪਣਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਫਿਰ ਉਹ ਆਪਾਂ ਨੂੰ ਮਾਲਕ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੰਦੀ ਹੈ। ਜਦ ਤੱਕ ਸਾਡਾ ਮਨ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ ਅਸੀਂ ਬਾਹਰ ਮੁਖੀ ਹਾਂ, ਉਹਨਾਂ ਸਮਾਂ ਸਾਨੂੰ ਆਵਾਜ਼ ਸੁਣਦੀ ਨਹੀਂ ਹੈ। ਸਾਡਾ ਜਿਹੜਾ ਦਰ ਹੈ ਘਰ ਦਾ, ਉਹ ਦਰ ਬੰਦ ਹੋਇਆ ਹੈ। ਦਰ ਬੰਦ ਹੋਣ ਕਰਕੇ ਸਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ। ਹੁਣ ਫਿਰ ਉਹ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਵਿਧੀ ਜੁਗਤੀ ਤਰੀਕਾ ਦੱਸਦੇ ਗੁਰਮੁਖ। ਜਦੋਂ ਹੁਣ ਆਪਾਂ ਬੇਨਤੀਆਂ ਕਰਦੇ ਹਾਂ, ਸੰਤਾਂ ਸਾਧੂਆਂ ਪਾਸ ਜੀਵ ਜਾਂਦੇ, ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਨਾਮ ਦੇਵੋ। ਜਾਂ ਆਪਾਂ ਗੁਰੂ ਘਰ ਆਉਂਦੇ, ਇੱਥੇ ਆ ਕੇ ਬੇਨਤੀ ਕਰਦੇ ਸਤਿਗੁਰਾਂ ਨੂੰ ਵੀ ਸਾਨੂੰ ਨਾਮ ਦੇਵੋ। ਫਿਰ ਸਾਨੂੰ ਸਮਝਾਉਂਦੇ ਗੁਰਬਾਣੀ ਗੁਰੂ, ਬਈ ਇਹ ਜਿਹੜਾ ਨਾਮ ਹੈ ਇਹ ਸਾਨੂੰ ਕੋਈ ਦੇ ਨਹੀਂ ਸਕਦਾ। ਬਈ ਜਿਹੜੀ ਚੀਜ਼ ਨਾ ਕਿਸੇ ਲਿਖਤ ਵਿੱਚ ਆਵੇ, ਨਾ ਬੋਲਣ ਵਿੱਚ ਆਵੇ, ਤੇ ਉਹ ਸਾਨੂੰ ਕੋਈ ਦੇ ਵੀ ਨਹੀਂ ਸਕਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨਾਮ ਤਾਂ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਉਸ ਨਾਮ ਨੂੰ ਕਿਵੇਂ ਪ੍ਰਗਟ ਕਰਨਾ ਹੈ, ਉਹਦੀ ਵਿਧੀ ਜੁਗਤੀ ਤਰੀਕਾ, ਉਹ ਫਿਰ ਵਿਧੀ ਜੁਗਤੀ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸੀ ਵੀ ਤੁਸੀਂ ਸਾਸ ਗਿਰਾਸ ਸਿਮਰਨ ਕਰੋ। ਹੁਣ ਇਹ ਜਦੋਂ ਆਪਾਂ ਵਿਧੀ ਦੁਆਰਾ ਸਿਮਰਨ ਕਰਦੇ ਹਾਂ, ਸਵਾਸ ਅੰਦਰ ਜਾਂਦਾ, ਆਪਾਂ ਵਾਹੇ ਬੋਲਦੇ ਹਾਂ, ਬਾਹਰ ਨੂੰ ਆਉਂਦਾ ਆਪਾਂ ਗੁਰੂ ਬੋਲਦੇ ਹਾਂ। ਇਹ ਵਿਧੀ ਤਰੀਕੇ ਦੁਆਰਾ ਜਦੋਂ ਆਪਾਂ ਅਭਿਆਸ ਕਰਦੇ ਹਾਂ, ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਕੰਨਾਂ ਦੁਆਰਾ ਸੁਣਦੇ ਹਾਂ, ਫਿਰ ਆਪਣਾ ਮਨ ਹੌਲੀ ਹੌਲੀ ਵਿਚਾਰਾਂ ਤੋਂ ਰਹਿਤ ਹੁੰਦਾ, ਅਤੇ ਜਿਉਂ ਹੀ ਵਿਚਾਰਾਂ ਤੋਂ ਰਹਿਤ ਹੁੰਦਾ ਫਿਰ ਆਪਾਂ ਅੰਤਰਮੁਖੀ ਹੁੰਦੇ ਹਾਂ, ਅਤੇ ਫਿਰ ਆਪਾਂ ਨੂੰ ਉਹ ਨਾਮ ਹੈ ਜਿਹੜਾ ਉਹ ਸੁਣਾਈ ਦਿੰਦਾ। ਜਦ ਤੱਕ ਹੁਣ ਅਸੀਂ ਇਹ ਅਭਿਆਸ ਨਹੀਂ ਕਰਦੇ, ਸਤ ਸੰਗਤ ਕਰਦੇ ਨਹੀਂ, ਉਹਨਾਂ ਸਮਾਂ ਸਾਨੂੰ ਅੰਦਰੋਂ ਮਾਲਕ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੰਦੀ ਨਹੀਂ। ਬੋਲਦਾ ਤਾਂ ਸਾਡੇ ਸਾਰਿਆਂ ਦੇ ਅੰਦਰ ਹੀ, ਜਿੰਨਾ ਵੀ ਸਮਾਂ ਆਪਾਂ ਇਸ ਸਰੀਰ ਦੇ ਵਿੱਚ ਰਹਿਣਾ, ਸਾਡੇ ਅੰਦਰ ਉਹ ਅਨਹਦ ਬਾਣੀ, ਅਨਹਦ ਵਾਜੇ ਵੱਜਦੇ ਰਹਿੰਦੇ।
ਜਿੰਨਾ ਸਮਾਂ ਆਪਾਂ ਨੂੰ ਸਵਾਸ ਆ ਰਹੇ ਨੇ ਉਹ ਆਪਣੇ ਅੰਦਰ ਚੱਲੀ ਜਾਣੇ, ਉਹ ਬੰਦ ਨਹੀਂ ਹੁੰਦੇ, ਕਦੇ ਵੀ ਨਹੀਂ ਬੰਦ ਹੁੰਦੇ। ਇਸ ਲਈ ਮਹਾਰਾਜ ਕਹਿੰਦੇ ਸਭੇ ਘਟ ਰਾਮ ਬੋਲੇ, ਵੀ ਜਿੰਨੇ ਵੀ ਘਟ ਨੇ ਸਾਰਿਆਂ ਦੇ ਅੰਦਰ ਰਾਮ ਵਾਹਿਗੁਰੂ ਬੋਲ ਰਿਹਾ। ਹੁਣ ਉਹ ਬੋਲਦਾ ਰਿਹਾ ਹੈ ਪਰ ਸਾਨੂੰ ਸੁਣਾਈ ਕਿਉਂ ਨਹੀਂ ਦਿੰਦਾ? ਕਿਉਂਕਿ ਸਾਡਾ ਮਨ ਬਾਹਰ ਮੁਖੀ ਹੈ, ਅਸੀਂ ਵਿਚਾਰਾਂ 'ਚ ਸੁਤੇ ਹੋਣ ਕਰਕੇ ਉਹ ਸਾਨੂੰ ਸੁਣਾਈ ਨਹੀਂ ਦਿੰਦਾ। ਮਾਲਕ ਬੋਲ ਰਿਹਾ ਇਸ ਲੋਕ ਦੇ ਜਿਹੜੇ ਇਹ 5 ਜਰਨੈਲ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਇਧਰ ਸ਼ੋਰ ਹੀ ਇੰਨਾ ਮਚਾਉਂਦੇ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਘਰ ਦੇ ਵਿੱਚ, ਬਈ ਇਹ ਸਾਡੀਆਂ ਤਾਂ ਆਵਾਜ਼ਾਂ ਸੁਣੀ ਜਾਣ ਸੰਸਾਰ ਦੀਆਂ, ਬਈ ਇਹ ਕਿਤੋਂ ਅੰਦਰੋਂ ਮਾਲਕ ਦੀ ਆਵਾਜ਼ ਨੂੰ ਨਾ ਸੁਣ ਲੈਣ। ਇਸ ਵਾਸਤੇ ਫਿਰ ਇਹਨਾਂ ਨੇ ਸ਼ੋਰ ਹੀ ਮਚਾਈ ਜਾਣਾ, ਇਹਨਾਂ ਨੇ ਰੌਲਾ ਪਾਈ ਜਾਣਾ ਵੀ ਇੱਧਰ ਸਾਡੀਆਂ ਹੀ ਆਵਾਜ਼ਾਂ ਸੁਣਨ, ਕਿਤੇ ਇਹਨਾਂ ਨੂੰ ਮਾਲਕ ਦੀ ਆਵਾਜ਼ ਨਾ ਸੁਣ ਜਾਵੇ। ਜੇ ਇਹਨਾਂ ਨੇ ਮਾਲਕ ਦੀ ਆਵਾਜ਼ ਸੁਣ ਲਈ ਤੇ ਸੁਣ ਕੇ ਜਾਗ ਹੀ ਨਾ ਪੈਣ, ਜੇ ਜਾਗ ਪਈ ਤੇ ਸਾਨੂੰ ਇਹਨਾਂ ਦੇ ਨੌਕਰ ਬਣਨਾ ਪੈਣਾ, ਸਾਨੂੰ ਇਹਨਾਂ ਦੇ ਗੁਲਾਮ ਬਣਨਾ ਪੈਣਾ। ਹੁਣ ਇਹ 5 ਨੇ ਸਾਡੇ ਮਨਾਂ ਨੂੰ ਆਪਣੇ ਗੁਲਾਮ ਬਣਾਇਆ ਹੋਇਆ, ਹੁਣ ਇਹ ਆਪ ਸਰਦਾਰ ਬਣੇ ਨੇ ਤੇ ਮਨਾਂ ਨੂੰ ਨੌਕਰ ਬਣਾਇਆ ਹੋਇਆ ਇਹਨਾਂ ਨੇ। ਜੇ ਮਨ ਜਾਗ ਪੈਂਦਾ, ਮਨ ਰਾਜਾ ਹੈ, ਫਿਰ ਇਹਨਾਂ ਨੂੰ ਨੌਕਰ ਬਣਨਾ ਪੈਂਦਾ। ਇਸ ਵਾਸਤੇ ਇਹ ਨਹੀਂ ਚਾਹੁੰਦੇ ਵੀ ਕੋਈ ਵੀ ਮਨ ਹੈ ਜਿਹੜਾ ਉਹ ਜਾਗੇ, ਵੀ ਜੇ ਜਾਗ ਪਿਆ ਤੇ ਸਾਨੂੰ ਇਹਨਾਂ ਦੇ ਗੁਲਾਮ ਬਣਨਾ ਪੈਣਾ, ਸਾਨੂੰ ਨੌਕਰ ਬਣਨਾ ਪੈਣਾ। ਇਸ ਵਾਸਤੇ ਫਿਰ ਇਹ ਪੂਰਾ ਸ਼ੋਰ ਮਚਾਉਂਦੇ ਨੇ ਵੀ ਇਹਨਾਂ ਨੂੰ ਇੱਧਰ ਸੰਸਾਰ ਦੀਆਂ ਆਵਾਜ਼ਾਂ ਸੁਣਨ, ਬਈ ਅੰਦਰੋਂ ਮਾਲਕ ਦੀ ਆਵਾਜ਼ ਨਾ ਇਹਨਾਂ ਨੂੰ ਸੁਣ ਜਾਵੇ। ਸੋ ਇਸ ਕਰਕੇ ਫਿਰ ਜਦੋਂ ਇੱਧਰ ਅਸੀਂ ਬਾਹਰ ਮੁਖੀ ਹੁੰਦੇ ਆ, ਉਦੋਂ ਸਾਡੇ ਮਨ ਨੂੰ ਕਹਿੰਦੇ ਬਈ ਇਹ ਮਾਇਆ ਧਾਰੀ ਹੈ, ਬਈ ਇਹਨਾਂ ਨੇ ਮਾਇਆ ਨੂੰ ਧਾਰਨ ਕਰ ਲਿਆ ਹੈ। ਤੇ ਜਿਹੜਾ ਮਾਇਆ ਧਾਰੀ ਹੈ ਉਹਦੀ ਨਿਸ਼ਾਨੀ ਕੀ ਹੈ? ਉਹਨੂੰ ਕਹਿੰਦੇ ਵੀ ਇਹ ਅੰਨਾ ਹੈ ਤੇ ਬੋਲਾ ਹੈ। ਅੰਨਾ ਇਸ ਕਰਕੇ ਕਹਿੰਦੇ ਵੀ ਸਾਹਮਣੇ ਮਾਲਕ ਪਰਮਾਤਮਾ ਹੈ ਪਰ ਇਹ ਅੰਨੇ ਨੂੰ ਦਿੰਦਾ ਹੀ ਨਹੀਂ ਹੈ। ਬੋਲਾ ਇਸ ਕਰਕੇ ਕਹਿੰਦੇ ਵੀ ਮਾਲਕ ਅੰਦਰੋਂ ਆਵਾਜ਼ ਦੇ ਰਿਹਾ, ਬੋਲ ਰਿਹਾ, ਇਹ ਬੋਲੇ ਨੂੰ ਸੁਣਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਘਚੋਲਾ। ਵੀ ਇੱਧਰ ਇੰਨਾ ਰੋਲ ਘਚੋਲਾ ਪਾਉਂਦੇ ਇਹ ਵੀ ਸ਼ਬਦ ਤਾਂ ਸੁਣ ਹੀ ਨਹੀਂ ਦਿੰਦੇ। ਇਸ ਵਾਸਤੇ ਫਿਰ ਕਹਿੰਦੇ ਬਈ ਇਹ ਮਾਇਆ ਧਾਰੀ ਅੰਨਾ ਵੀ ਹੈ ਤੇ ਬੋਲਾ ਵੀ ਹੈ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇਹ ਫਿਰ ਇਸ ਕਰਕੇ ਕਰਦੇ ਹਾਂ ਬਈ ਸਾਡੇ ਮਨ ਨੂੰ ਸੁਣਾਈ ਦੇਵੇ। ਜਿਵੇਂ ਹੁਣ ਕਈ ਜੀਵ ਕਹਿਣਗੇ ਬਈ ਇਹ ਬੋਲ ਬੋਲ ਕੇ ਸਿਮਰਨ ਕਿਉਂ ਕਰਦੇ ਹੋ, ਤੁਸੀਂ ਕਿਹਨੂੰ ਸੁਣਾਉਂਦੇ? ਵੀ ਰੱਬ ਕਿਤੇ ਬੋਲਾ ਹੈ ਜੀ, ਵੀ ਤੁਸੀਂ ਬੋਲ ਬੋਲ ਕੇ ਤਾਂ ਲੋਕ ਦਿਖਾਵਾ ਕਰਦੇ, ਵੀ ਜੇ ਕਰਨਾ ਹੀ ਹੈ ਤਾਂ ਬੋਲਣ ਦੀ ਕੀ ਲੋੜ ਹੈ, ਤੁਸੀਂ ਚੁੱਪ ਕਰਕੇ ਕਰ ਲਓ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਰੱਬ ਨਹੀਂ ਬੋਲਾ, ਵੀ ਬੋਲੇ ਅਸੀਂ ਆਪ ਹੋ ਗਏ ਹਾਂ, ਤਾਂ ਕਰਕੇ ਸਾਨੂੰ ਉੱਚੀ ਬੋਲਣਾ ਪੈਂਦਾ ਹੈ। ਵੀ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਜਿਹੜਾ ਜੀਵ ਬੋਲਾ ਹੋ ਜੇ ਉਹਦੇ ਕੋਲ ਆਪਾਂ ਨੂੰ ਉੱਚੀ ਬੋਲਣਾ ਪੈਂਦਾ। ਜੇ ਆਪਾਂ ਹੌਲੀ ਬੋਲਾਂਗੇ ਤੇ ਉਹਨੂੰ ਸੁਣਨਾ ਹੀ ਨਹੀਂ। ਫਿਰ ਆਪਾਂ ਕਹਿੰਦੇ ਹਾਂ ਨਾ ਵੀ ਇਹਨੂੰ ਉੱਚੀ ਸੁਣਦਾ ਹੈ, ਵੀ ਥੋੜ੍ਹਾ ਜਿਹਾ ਉੱਚੀ ਬੋਲੋ। ਇਸੇ ਤਰ੍ਹਾਂ ਹੀ ਹੁਣ ਜਦੋਂ ਸਾਡਾ ਮਨ ਬੋਲਾ ਹੋ ਜਾਂਦਾ ਫਿਰ ਸਾਨੂੰ ਉੱਚੀ ਬੋਲਣਾ ਪੈਂਦਾ ਵੱਖਰੀ ਬਾਣੀ ਵਿੱਚ, ਤਾਂ ਆਪਾਂ ਇਹ ਸਿਮਰਨ ਕਰਦੇ ਹਾਂ। ਜਿਉਂ-ਜਿਉਂ ਆਪਾਂ ਉੱਚੀ ਬੋਲਾਂਗੇ ਤੇ ਸਾਡਾ ਮਨ ਸੁਣੇਗਾ ਤੇ ਫਿਰ ਇਹਨੂੰ ਸੋਝੀ ਆਉਣੀ। ਜਦੋਂ ਇਹ ਸੁਣੇਗਾ, ਪਹਿਲਾਂ ਆਪਣੀ ਆਵਾਜ਼ ਨੂੰ ਆਪਾਂ ਸੁਣਾਂਗੇ,
ਜੋ ਇਹ ਆਪਾਂ ਬੋਲਦੇ ਹਾਂ, ਜਿਉਂ-ਜਿਉਂ ਆਪਣੀ ਆਵਾਜ਼ ਨੂੰ ਸੁਣਾਂਗੇ ਸਾਡੇ ਵਿਚਾਰ ਰੁਕਣਗੇ ਫੁਰਨੇ। ਜਦੋਂ ਅਸੀਂ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸ਼ੁਰੂ ਕਰ ਦਿੱਤਾ, ਫਿਰ ਆਪਾਂ ਅੰਤਰਮੁਖੀ ਹੋ ਕੇ ਫਿਰ ਉਹ ਮਾਲਕ ਦੀ ਆਵਾਜ਼ ਨੂੰ ਵੀ ਸੁਣਾਂਗੇ। ਜੇ ਹੁਣ ਅਸੀਂ ਆਪਦੀ ਆਵਾਜ਼ ਨੂੰ ਹੀ ਨਹੀਂ ਧਿਆਨ ਦੇ ਨਾਲ ਸੁਣਦੇ, ਫਿਰ ਅਸੀਂ ਮਾਲਕ ਦੀ ਆਵਾਜ਼ ਨੂੰ ਵੀ ਨਹੀਂ ਸੁਣ ਸਕਦੇ। ਜਿਵੇਂ ਹੁਣ ਆਪਾਂ ਜਦੋਂ ਸਿਮਰਨ ਕਰਦੇ ਹਾਂ, ਬਹੁਤੇ ਜੀਵ ਕਹਿੰਦੇ ਵੀ ਸਿਮਰਨ ਕਰਦੇ ਸਾਡੇ ਵਿਚਾਰ ਨਹੀਂ ਰੁਕਦੇ, ਫੁਰਨੇ ਨਹੀਂ ਰੁਕਦੇ। ਬਈ ਸਿਮਰਨ ਤਾਂ ਕਰੀ ਜਾਂਦੇ, ਮਨ ਤਾਂ ਕਿਤੇ ਹੋਰ ਹੀ ਭੱਜਿਆ ਫਿਰਦਾ। ਜਾਂ ਗੁਰਬਾਣੀ ਤਾਂ ਪੜ੍ਹਦੇ, ਮਨ ਤਾਂ ਪਤਾ ਨਹੀਂ ਕੀ ਕੁਝ ਸੋਚਦਾ, ਕਿਸੇ ਕਿਤੇ ਭੱਜਿਆ ਫਿਰਦਾ। ਹੁਣ ਆਪਾਂ ਨੂੰ ਫਿਰ ਇਹ ਜੁਗਤੀ ਦੱਸੀ ਵੀ ਸਿਮਰਨ ਕਰਨ ਦੀ ਵੀ ਜੁਗਤੀ ਹੈ, ਗੁਰਬਾਣੀ ਗੁਰੂ ਨੂੰ ਪੜ੍ਹਨ ਦੀ ਵੀ ਵਿਧੀ ਜੁਗਤੀ ਤਰੀਕਾ। ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ, ਸਾਨੂੰ ਇਹ ਵਿਧੀ ਜੁਗਤੀ ਤਰੀਕਾ ਆਉਂਦਾ ਨਹੀਂ, ਉਹਨਾਂ ਸਮਾਂ ਸਾਡਾ ਮਨ ਟਿਕਦਾ ਹੀ ਨਹੀਂ। ਆਪਣੀ ਮੱਤ ਦੁਆਰਾ ਚਾਹੇ ਜੀਵ ਸਾਰੀ ਉਮਰ ਲੱਗਾ ਰਹੇ, ਉਹਦਾ ਮਨ ਨਹੀਂ ਟਿਕਦਾ। ਆਪਾਂ ਨੂੰ ਫਿਰ ਤਾਈਓ ਸਮਝਾਉਂਦੇ ਵੀ ਜਦੋਂ ਤੁਸੀਂ ਹੁਣ ਸਿਮਰਨ ਕਰਨਾ, ਸਾਸ ਗਰਾਸ ਕਰੋ ਤੇ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣੋ। ਜਦੋਂ ਆਪਾਂ ਆਪਦੀ ਆਵਾਜ਼ ਦੇ ਵਿੱਚ ਪੂਰਾ ਧਿਆਨ ਰੱਖਾਂਗੇ, ਸਾਨੂੰ ਕੋਈ ਵਿਚਾਰ ਫੁਰਨਾ ਆਉਣਾ ਹੀ ਨਹੀਂ। ਵਿਚਾਰ ਫੁਰਨੇ ਸਾਨੂੰ ਉਦੋਂ ਆਉਂਦੇ ਜਦੋਂ ਆਪਾਂ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਧਿਆਨ ਕਿੱਥੇ ਰੱਖੋ, ਧਿਆਨ ਰੱਖੋ ਕਹਿੰਦੇ ਆਪਦੀ ਧੁਨ, ਆਵਾਜ਼ ਨੂੰ ਧੁਨ ਵੀ ਆਖੇ ਮਾਰੇ, ਕਹਿੰਦੇ ਆਪਦੀ ਆਵਾਜ਼ ਦੇ ਵਿੱਚ ਪੂਰਾ ਧਿਆਨ ਰੱਖੋ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਵੀ ਮੁਖ ਦੁਆਰਾ ਬੋਲੋ, ਰਸਨਾ ਦੁਆਰਾ ਬੋਲੋ ਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਆਪ ਹੀ ਸੁਣੋ। ਮਹਾਰਾਜ ਕਹਿੰਦੇ ਰਸਨੀ ਗਾਈਏ, ਸਰਬਣੀ ਸੁਣੀਏ। ਵੀ ਸਰਬਣਾ ਦੁਆਰਾ ਸੁਣੋ ਤੇ ਰਸਨਾ ਦੁਆਰਾ ਬੋਲੋ। ਸਰਬਣੀ ਸੁਣੀਏ ਰਸਨਾ ਗਾਈਏ, ਹਿਰਦੇ ਤੇ ਆਈਏ ਸੋਈ। ਬਈ ਅਸੀਂ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਨਾ ਤੇ ਮੁਖ ਦੁਆਰਾ ਬੋਲਣਾ। ਜਦੋਂ ਅਸੀਂ ਇਹ ਵਿਧੀ ਤਰੀਕਾ ਅਪਣਾਵਾਂਗੇ, ਫਿਰ ਸਾਡੇ ਮਨ ਦਾ ਆਧਾਰ ਹੋਣਾ, ਫਿਰ ਇਹਨੇ ਵਿਚਾਰਾਂ ਫੁਰਨਿਆਂ ਤੋਂ ਰਹਿਤ ਹੋਣਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਰਸਨਾ ਉਚਰੇ ਹਰ ਸਰਬਣੀ ਸੁਣੇ ਸੋਧਰੇ ਮਿੱਤ। ਬਈ ਜਿਹਨੇ ਇਹ ਵਿਧੀ ਤਰੀਕਾ ਅਪਣਾ ਲਿਆ, ਉਹਦਾ ਆਧਾਰ ਹੋ ਜਾਣਾ, ਉਹਦਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਣਾ। ਇਸੇ ਤਰ੍ਹਾਂ ਹੀ ਜਦੋਂ ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਵੀ ਆਪਾਂ ਹੁਣ ਖੋਜਣਾ। ਜਦੋਂ ਅਸੀਂ ਖੋਜੀ ਬਣ ਕੇ ਗੁਰਬਾਣੀ ਨੂੰ ਪੜ੍ਹਾਂਗੇ, ਨਾਲ ਨਾਲ ਵਿਚਾਰਾਂਗੇ, ਸਾਡਾ ਮਨ ਪਾਸੇ ਨਹੀਂ ਜਾਏਗਾ। ਜੋ ਅਸੀਂ ਬੋਲਾਂਗੇ ਉਹਨੂੰ ਧਿਆਨ ਦੇ ਨਾਲ ਕੰਨਾਂ ਦੁਆਰਾ ਸੁਣਾਂਗੇ, ਬੋਲ ਕੇ ਆਪ ਹੀ, ਫਿਰ ਉਹਨੂੰ ਨਾਲ ਨਾਲ ਵਿਚਾਰਾਂਗੇ ਤੇ ਮਨ ਨੇ ਪਾਸੇ ਜਾਣਾ ਹੀ ਨਹੀਂ। ਜੇ ਹੁਣ ਅਸੀਂ ਖੋਜ ਨਹੀਂ ਕਰਦੇ, ਬੋਲ ਕੇ ਆਪ ਸੁਣਦੇ ਨਹੀਂ, ਤੇ ਸਾਡਾ ਮਨ ਟਿਕਣਾ ਹੀ ਨਹੀਂ। ਕਈ ਹੁਣ ਬਾਣੀ ਪੜ੍ਹਨਗੇ, ਚੁੱਪ ਕੀਤੇ, ਬੋਲਦੇ ਹੀ ਕੁਛ। ਹੁਣ ਜੇ ਅਸੀਂ ਬੋਲਾਂਗੇ ਨਹੀਂ ਤੇ ਉਹਨੂੰ ਸੁਣਾਂਗੇ ਨਹੀਂ, ਤੇ ਸਾਡਾ ਮਨ ਟਿਕਣਾ ਹੀ ਨਹੀਂ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਬੋਲ ਕੇ ਪੜ੍ਹੋ ਤੇ ਉਹਨੂੰ ਧਿਆਨ ਦੇ ਨਾਲ ਸੁਣੋ ਤੇ ਨਾਲ ਨਾਲ ਵਿਚਾਰੋ। ਬਈ ਤੁਸੀਂ ਕੀ ਖੋਜਣਾ ਚਾਹੁੰਦੇ ਹੋ। ਸਾਡੇ ਸਾਰੀ ਇਸ ਕਾਇਆ ਦੀ ਅੰਦਰ ਦੀ ਖੋਜ ਕਰਕੇ 1430 ਅੰਗ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਦੱਸਿਆ ਹੋਇਆ। ਪਹਿਲਾਂ ਆਪਾਂ ਨੂੰ ਸਾਰਾ ਭੇਤ ਦਿੰਦੇ ਨੇ, ਸਮਝਾਉਂਦੇ। ਜਿਵੇਂ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ, ਪਹਿਲਾਂ ਟੀਚਰ ਪੜ੍ਹਾਉਂਦੇ, ਫਿਰ ਉਹਨਾਂ ਦਾ ਇਮਤਿਹਾਨ ਹੁੰਦਾ, ਫਿਰ ਪੇਪਰ ਹੁੰਦਾ, ਫਿਰ ਪਤਾ ਲੱਗਦਾ ਬਈ ਉਹ ਫੇਲ ਨੇ ਕਿ ਜਾਂ ਪਾਸ ਨੇ, ਵੀ ਜੋ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਉਹਨਾਂ ਨੂੰ ਸਮਝ ਵੀ ਆ ਰਹੀ ਹੈ ਕਿ ਜਾਂ ਉੱਦਾਂ ਹੀ ਆ ਰਹੀ। ਇਸੇ ਤਰ੍ਹਾਂ ਹੀ ਜਦੋਂ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ,
ਤੇ ਫਿਰ ਆਪਾਂ ਨੂੰ ਪਹਿਲਾਂ ਸਾਰਾ ਭੇਦ ਦੇ ਕੇ ਫਿਰ ਵਿੱਚੋਂ ਸਾਨੂੰ ਸਵਾਲ ਵੀ ਕਰਦੇ ਨੇ ਵੀ ਇਹਨਾਂ ਨੂੰ ਦੇਖੀਏ ਤਾਂ ਸਹੀ ਵੀ ਜੋ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਵੀ ਇਹਨਾਂ ਨੂੰ ਸਮਝ ਲੱਗਦੀ ਵੀ ਇਹ ਵਿਚਾਰਦੇ ਵੀ ਨੇ ਗੁਰਬਾਣੀ ਨੂੰ ਕਿ ਜਾਂ ਉੱਦਾਂ ਹੀ ਪੜ੍ਹੀ ਜਾ ਰਹੇ ਨੇ ਬਸ ਉਹੀ। ਹੁਣ ਜਿਵੇਂ ਆਪਾਂ ਨੂੰ ਪਹਿਲਾਂ ਇੱਕ ਤੋਂ ਖੇਲ ਸਮਝਾਇਆ ਵੀ ਇੱਕ ਤੋਂ ਕਿਵੇਂ ਆਕਾਰ ਦੇ ਵਿੱਚ ਪ੍ਰਗਟ ਹੋਏ ਨੇ, ਕਿਵੇਂ ਇੱਕ ਤੋਂ ਓਂਕਾਰ ਨਿਰੰਕਾਰ ਤੋਂ ਆਕਾਰ ਦੇ ਵਿੱਚ ਪ੍ਰਗਟ ਹੋਏ, ਕਿਵੇਂ ਜਿਹੜਾ ਸਾਡਾ ਸਰੀਰ ਪੰਜਾਂ ਤੱਤਾਂ ਦਾ ਜਿਹੜਾ ਬਣਿਆ, 10 ਦੀਵਾਰਾਂ ਦਾ ਤਿਆਰ ਕੀਤਾ, ਇਹਨੂੰ ਪਿੰਡ ਕਹਿੰਦੇ, ਧਰਤੀ ਕਹਿੰਦੇ, ਦੇਸ਼ ਕਹਿੰਦੇ, ਘਰ ਕਹਿੰਦੇ ਨੇ। ਪਹਿਲਾਂ ਸਾਨੂੰ ਸਾਰਾ ਬੜਾ ਸਹਿਜ ਦੇ ਵਿੱਚ ਲਿਜਾ ਕੇ ਸਮਝਾਇਆ ਬਈ ਕਿਵੇਂ ਇਹ ਜਿਹੜੀ ਧਰਤੀ ਹੈ, ਧਰਤੀ ਬਣੀ ਹੈ, ਕਿਵੇਂ ਇਹ ਜਿਹੜਾ ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ, ਕਿਵੇਂ ਚਮੜਾ ਤਿਆਰ ਹੁੰਦਾ, ਕਿਵੇਂ ਨਾੜਾਂ ਬਣਦੀਆਂ ਨੇ, ਕਿਵੇਂ ਫਿਰ ਇਹ ਸਰੀਰ ਜਿਹੜਾ ਤਿਆਰ ਹੁੰਦਾ। ਸਾਰਾ ਬੜਾ ਸਹਿਜ ਦੇ ਵਿੱਚ ਲਿਜਾ ਕੇ ਆਪਾਂ ਨੂੰ ਇੱਕ ਇੱਕ ਚੀਜ਼ ਪਹਿਲਾਂ ਦੱਸੀ ਹੋਈ ਹੈ। ਫਿਰ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਆਪਾਂ ਕਹਿੰਦੇ ਵੀ ਅਸੀਂ ਇੰਨੀ ਵਾਰ ਪਾਠ ਕਰ ਲਿਆ ਜੀ, ਸਾਨੂੰ ਇੰਨਾ ਸਮਾਂ ਹੋ ਗਿਆ ਗੁਰਬਾਣੀ ਪੜ੍ਹਦਿਆਂ ਨੂੰ, ਅਸੀਂ ਪਤਾ ਹੀ ਨਹੀਂ ਕਿੰਨੇ ਕੁ ਅਖੰਡ ਪਾਠ, ਕਿੰਨੇ ਕੁ ਸਹਿਜ ਪਾਠ ਕਰ ਲਏ, ਪਤਾ ਹੀ ਕੋਈ ਨਹੀਂ, ਗਿਣਤੀ ਕੋਈ ਨਹੀਂ ਹੈ। ਫਿਰ ਆਪਾਂ ਨੂੰ ਸਵਾਲ ਕਰਦੇ ਵੀ ਜਦੋਂ ਤੁਸੀਂ ਪੜ੍ਹ ਲਿਆ, ਕਹਿੰਦੇ ਵੀ ਹੁਣ ਸਵਾਲ ਇਹ ਹੈ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਸਰੀਰ 10 ਦੀਵਾਰਾਂ ਦਾ ਬਣਿਆ, ਪੌਣ ਪਾਣੀ ਵਸੰਤਰ ਦੁਆਰਾ ਤਿਆਰ ਹੋਇਆ, ਹੁਣ ਤੁਸੀਂ ਇਹ ਦੱਸੋ ਬਈ ਇਹ ਕਿਵੇਂ ਬਣੇ। ਜੇ ਤਾਂ ਤੁਸੀਂ ਇਹ ਬੁੱਝ ਲਿਆ ਫਿਰ ਤਾਂ ਤੁਸੀਂ ਗਿਆਨੀ ਹੋ, ਤੁਹਾਨੂੰ ਗਿਆਨ ਹੈ, ਫਿਰ ਤਾਂ ਤੁਸੀਂ ਪਾਸ ਹੋ। ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਇਹ ਸਰੀਰ ਕਿਵੇਂ ਬਣੇ ਹੈ, ਫਿਰ ਤੁਸੀਂ ਅਗਿਆਨੀ ਹੋ। ਜੋ ਤੁਹਾਨੂੰ ਸਮਝਾਇਆ ਜਾ ਰਿਹਾ ਉਹਦੀ ਤੁਹਾਨੂੰ ਸਮਝ ਨਹੀਂ ਹੈ। ਮਹਾਰਾਜ ਸਾਨੂੰ ਕੀ ਸਵਾਲ ਕਰਦੇ, ਕਹਿੰਦੇ ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁੱਝਰੇ ਗਿਆਨੀ ਇਹੋ ਵਿਚਾਰ। ਬਈ ਇਹ ਗਿਆਨੀਆਂ ਨੂੰ, ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ, ਉਹਨਾਂ ਨੂੰ ਇਹ ਸਵਾਲ ਹੈ ਗੁਰਬਾਣੀ 'ਚ ਪਾਇਆ ਗੁਰੂ ਸਾਹਿਬ ਨੇ ਬਈ ਤੁਸੀਂ ਇਹ ਦੱਸੋ ਜਿਹੜੇ ਸਰੀਰ 'ਚ ਤੁਸੀਂ ਰਹਿੰਦੇ ਹੋ ਇਹ ਕਿਵੇਂ ਬਣੇ, ਘਰ ਕਿਵੇਂ ਤਿਆਰ ਹੋਏ। ਹੁਣ ਜੇ ਤਾਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰੀਏ ਫਿਰ ਤਾਂ ਅਸੀਂ ਫਟਾਫਟ ਦੱਸ ਦਾਂਗੇ ਵੀ ਇਸ ਤਰ੍ਹਾਂ ਬਣਿਆ ਜੀ। ਜੇ ਅਸੀਂ ਸਿਰਫ ਪੜ੍ਹਦੇ ਹੀ ਹਾਂ ਉੱਦਾਂ ਹੀ ਵੀ ਚਲੋ ਜੀ ਪੜ੍ਹਨਾ ਹੀ ਹੈ ਪੜ੍ਹ ਲਓ, ਜਾਂ ਕਰਮ ਬਣਾਇਆ ਹੋਇਆ ਵੀ ਪੜ੍ਹਨਾ ਸਾਡਾ ਇੱਕ ਕੰਮ ਹੈ ਜੀ, ਕਰਮ ਹੈ ਸਾਡਾ, ਵਿਚਾਰਦੇ ਨੇ, ਫਿਰ ਅਸੀਂ ਇਹ ਦੱਸ ਹੀ ਨਹੀਂ ਸਕਦੇ ਬਈ ਇਹ ਸਰੀਰ ਕਿਵੇਂ ਬਣਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੂਸਰਾ ਸਵਾਲ ਕਰਦੇ ਵੀ ਇਹਦਾ ਘਰ ਬਣ ਗਿਆ, 10 ਦੀਵਾਰਾਂ ਦਾ ਤਿਆਰ ਹੋ ਗਿਆ, ਹੁਣ ਤੁਸੀਂ ਇਹ ਦੱਸੋ ਵੀ ਇਹ ਘਰ ਦੇ ਵਿੱਚ ਵੱਸਦਾ ਕੌਣ ਹੈ, ਇਹਦੇ ਵਿੱਚ ਕਿਹੜਾ ਪਰਿਵਾਰ ਵੱਸਦਾ, ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਦੇਖਦਾ ਹੈ, ਕੌਣ ਸੁਣਦਾ ਹੈ, ਕੌਣ ਇਹਨੂੰ ਲੈ ਕੇ ਚੱਲਦਾ ਫਿਰਦਾ ਹੈ। ਜੇ ਤੁਸੀਂ ਇਹ ਬੁੱਝ ਲਿਆ ਫਿਰ ਤੁਸੀਂ ਗਿਆਨੀ, ਤੁਹਾਨੂੰ ਗਿਆਨ। ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਦੇਖਦਾ, ਕੌਣ ਸੁਣਦਾ, ਕੌਣ ਇਹਨੂੰ ਲੈ ਕੇ ਚੱਲਦਾ ਫਿਰਦਾ ਹੈ, ਫਿਰ ਤੁਸੀਂ ਅਗਿਆਨੀ, ਮਨਮੁੱਖ। ਮਹਾਰਾਜ ਸਾਨੂੰ ਫਿਰ ਦੂਸਰਾ ਸਵਾਲ ਕਰਦੇ, ਕਹਿੰਦੇ ਕਥਤਾ ਭਗਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਬਈ ਹੁਣ ਕਹਿੰਦੇ ਦੱਸੋ ਵੀ ਇਹਦੇ ਵਿੱਚ ਕੌਣ ਵੱਸਦਾ। ਹੁਣ ਜੇ ਤਾਂ ਅਸੀਂ ਗੁਰਬਾਣੀ ਦੁਆਰਾ ਪ੍ਰੈਕਟੀਕਲ ਕੀਤਾ ਫਿਰ ਤਾਂ ਅਸੀਂ ਇਹ ਦੱਸ ਸਕਦੇ, ਜੇ ਅਸੀਂ ਨਹੀਂ ਕੀਤਾ ਚਾਹੇ ਸਾਰੀ ਉਮਰ ਪੜ੍ਹੀ ਜਾਈਏ ਫਿਰ ਦੱਸ ਨਹੀਂ ਸਕਦੇ।
ਵੀ ਇਹਦੇ ਵਿੱਚ ਕੌਣ ਬੋਲ ਰਿਹਾ, ਕੌਣ ਦੇਖ ਰਿਹਾ, ਕੌਣ ਸੁਣ ਰਿਹਾ, ਨਾ ਤਾਂ ਇਹ ਪਤਾ ਹੈ, ਨਾ ਇਹ ਪਤਾ ਹੈ ਵੀ ਇਹ ਸਰੀਰ ਬਣਿਆ ਕਿਵੇਂ। ਸੋ ਇਸ ਵਾਸਤੇ ਫਿਰ ਸਾਨੂੰ ਦੱਸਦੇ ਵੀ ਗਿਆਨੀ ਦੀ ਪਰਿਭਾਸ਼ਾ ਕੀ ਹੈ, ਗਿਆਨੀ ਕਹਿੰਦੇ ਕਿਸ ਨੂੰ। ਆਪਾਂ ਤਾਂ ਕਈ ਵਾਰ ਉਹਦਾ ਬਾਹਰੀ ਪਹਿਰਾਵਾ ਦੇਖ ਕੇ ਕਹਿ ਦਿੰਦੇ ਹਾਂ ਬਈ ਇਹ ਗਿਆਨੀ ਨੇ ਜੀ, ਬਾਹਰੋਂ ਪਹਿਰਾਵਾ ਦੇਖ ਲਿਆ ਵੀ ਚੰਗੇ ਨੇ ਜੀ, ਦੇਖਣ ਨੂੰ ਬੜੇ ਸੁੰਦਰ ਲੱਗਦੇ, ਵੀ ਬੜੇ ਗਿਆਨੀ ਨੇ। ਮਹਾਰਾਜ ਕਹਿੰਦੇ ਵੀ ਗਿਆਨੀ ਕਿੱਦਾਂ ਦਾ ਹੋਣਾ ਚਾਹੀਦਾ। ਗਿਆਨੀ ਕਹਿੰਦੇ ਕਿਸ ਨੂੰ, ਗੁਰਮਤਿ ਦੇ ਵਿੱਚ ਕਿਸ ਨੂੰ ਗਿਆਨੀ ਆਖਿਆ। ਗੁਰੂ ਨਾਨਕ ਦੇਵ ਜੀ ਕਿੱਦਾਂ ਦਾ ਗਿਆਨੀ ਕਹਿੰਦੇ ਵੀ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਗਿਆਨੀ ਇੱਦਾਂ ਦਾ ਹੋਣਾ ਚਾਹੀਦਾ ਹੈ ਵੀ ਜਿਹਨੂੰ ਇਹ ਸਾਰਾ ਗਿਆਨ ਹੋਵੇ, ਜਿਹਨੇ ਆਪਣੇ ਆਪੇ ਦੀ ਪਹਿਚਾਣ ਕੀਤੀ, ਜਿਹੜਾ ਮਾਲਕ ਦੀ ਜਿਹਨੇ ਪਹਿਚਾਣ ਕੀਤੀ, ਜਿਹਨੂੰ ਇਹ ਸਾਰਾ ਭੇਤ ਹੈ, ਉਸ ਨੂੰ ਕਹਿੰਦੇ ਵੀ ਇੱਦਾਂ ਦਾ ਗਿਆਨੀ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਈ। ਵੀ ਜਿਹਨੇ ਆਪਦੇ ਆਪੇ ਦੀ ਪਹਿਚਾਣ ਕਰ ਲਈ, ਜਿਹਨੂੰ ਇਹ ਸਾਰਾ ਗਿਆਨ ਹੈ, ਉਹਨੂੰ ਕਹਿੰਦੇ ਵੀ ਇਹ ਗਿਆਨੀ ਹੈ, ਇੱਦਾਂ ਦਾ ਗਿਆਨੀ ਹੋਣਾ ਚਾਹੀਦਾ। ਤੇ ਸੱਚੇ ਪਾਤਸ਼ਾਹ ਫਿਰ ਉਹਨਾਂ ਗਿਆਨੀਆਂ ਨੂੰ ਕਹਿੰਦੇ ਵੀ ਤੁਸੀਂ ਹੁਣ ਇਹ ਗਿਆਨ ਅੱਗੇ ਦੱਸੋ ਜੀਵਾਂ ਨੂੰ, ਜਿਨ੍ਹਾਂ ਨੂੰ ਇਹ ਚੀਜ਼ ਦਾ ਭੇਤ ਨਹੀਂ ਹੈ, ਜਿਹੜੇ ਭੁੱਲੇ ਹੋਏ ਨੇ। ਬਈ ਉਹਨਾਂ ਗਿਆਨੀਆਂ ਨੇ ਫਿਰ ਸਾਨੂੰ ਇਹ ਗਿਆਨ ਦੇਣਾ, ਇਹ ਸਮਝਾਉਣਾ ਬਈ ਅਸੀਂ ਕਿਵੇਂ ਜੀਵਨ ਮੁਕਤ ਹੋਣਾ, ਕਿਵੇਂ ਅਸੀਂ ਪਰਮ ਪਦਵੀ ਪ੍ਰਾਪਤ ਕਰਨੀ, ਕਿਵੇਂ ਅਸੀਂ ਅਮਰ ਹੋਣਾ। ਫਿਰ ਉਹਨਾਂ ਗਿਆਨੀਆਂ ਨੇ ਸਾਨੂੰ ਇਹ ਗਿਆਨ ਦੇਣਾ, ਇਹ ਸਾਰੀ ਸੋਝੀ ਦੇਣੀ। ਜਿਸ ਨੂੰ ਮਹਾਰਾਜ ਕਹਿੰਦੇ ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਏ ਪਦ ਨਿਰਵਾਨੀ। ਬਈ ਐਸਾ ਗਿਆਨ ਦੱਸੋ, ਐਸੀ ਵਿਚਾਰ ਦੱਸੋ ਵੀ ਜਿਹਦੇ ਨਾਲ ਨਿਰਵਾਣ ਪਦ, ਬਈ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਈਏ, ਸਾਡਾ ਪਰਮਾਤਮਾ ਨਾਲ ਮਿਲਾਪ ਹੋ ਜੇ, ਸਾਡਾ ਆਵਾਗਾਉਣ ਦਾ ਚੱਕਰ ਹੀ ਮਿਟ ਜੇ। ਵੀ ਐਸਾ ਗਿਆਨ ਦੱਸੋ ਸਾਨੂੰ, ਐਸਾ ਭੇਤ ਦਿਓ। ਸੋ ਇਹ ਫਿਰ ਆਪਾਂ ਨੂੰ ਗਿਆਨੀਆਂ ਦੀ ਪਹਿਚਾਣ ਦੱਸੀ ਵੀ ਇੱਦਾਂ ਦਾ ਗਿਆਨੀ ਹੋਣਾ ਚਾਹੀਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹ ਫਿਰ ਗਿਆਨੀ ਹੈ ਜਿਹਨੂੰ ਇਹ ਸਾਰਾ ਗਿਆਨ ਨਾਮ ਦਾ, ਸੱਚ ਦਾ, ਆਪਣੇ ਘਰ ਦਾ, ਨਿਜ ਮਹਿਲ ਦਾ ਜਿਹਨੇ ਆਉਣ ਜਾਣ ਬਣਾਇਆ, ਉਸ ਗਿਆਨੀ ਨੂੰ ਫਿਰ ਇਹ ਸੰਸਾਰ ਦਾ ਜਿਹੜਾ ਦੁੱਖ ਸੁੱਖ ਹੈ ਉਹ ਬੰਨ੍ਹ ਨਹੀਂ ਸਕਦਾ। ਜਿਹੜਾ ਇਹ ਸੰਸਾਰ ਦੇ ਦੁੱਖਾਂ ਸੁੱਖਾਂ ਦੇ ਵਿੱਚ ਨਹੀਂ ਵੱਜਿਆ, ਉਹਨੂੰ ਪਤਾ ਹੈ ਬਈ ਇਹ ਆਰਜੀ, ਮੈਂ ਇਹਨਾਂ ਤੋਂ ਉੱਪਰ ਕਿਵੇਂ ਜਾਣਾ ਹੈ। ਉਸ ਨੂੰ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਗਿਆਨੀ ਸਮਝੋ ਤੇ ਉਹਨੂੰ ਜੀਵਨ ਮੁਕਤ ਸਮਝੋ। ਮਹਾਰਾਜ ਕਹਿੰਦੇ ਦੁੱਖ ਸੁੱਖ ਇਹ ਬਾਧੇ ਜੇ ਨਾਹਿਨ, ਤਹਿ ਜਾਨੋ ਤੁਮ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਵਿਦ ਕੋ ਜੋ ਪ੍ਰਾਨੀ। ਬਈ ਜਿਹੜੇ ਪ੍ਰਾਣੀ ਨੇ ਵਿਧੀ ਤਰੀਕਾ ਅਪਣਾ ਲਿਆ, ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਗਿਆ, ਜਿਹੜਾ ਨਾਮ ਦੇ ਨਾਲ ਜੁੜ ਗਿਆ, ਉਹਨੂੰ ਜੀਵਨ ਮੁਕਤ ਸਮਝੋ। ਤੇ ਐਸੇ ਜਿਹੜੇ ਗਿਆਨੀ ਫਿਰ ਗੁਰਮੁਖ, ਉਹਨਾਂ ਦੀ ਮਾਲਕ ਆਪ ਇੱਜ਼ਤ ਪੱਤ ਰੱਖਦਾ। ਧੁਰ ਤੋਂ ਹੀ ਮਾਲਕ ਦਾ ਵਿਰਦ ਉਹ ਰੱਖਦਾ ਹੀ ਹੈ। ਮਹਾਰਾਜ ਕਹਿੰਦੇ ਹਰ ਗਿਆਨੀਆਂ ਦੀ ਰੱਖਦਾ, ਹਉ ਸਦ ਬਲਿਹਾਰੀ ਦਾਸ, ਗੁਰਮੁਖ ਜੋ ਹਰ ਸੇਵਦੇ, ਜਨ ਨਾਨਕ ਤਾ ਕਾ ਦਾਸ। ਮਹਾਰਾਜ ਕਹਿੰਦੇ ਵੀ ਐਸੇ ਗਿਆਨੀਆਂ ਦੇ, ਐਸੇ ਗੁਰਮੁਖਾਂ ਦੇ ਅਸੀਂ ਵੀ ਦਾਸ ਹਾਂ, ਵਡਿਆਈ ਦਿੰਦੇ ਮਹਾਰਾਜ। ਸੋ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਨੂੰ ਵੀ ਐਸੇ ਗਿਆਨੀਆਂ ਦਾ, ਐਸੇ ਗੁਰਮੁਖਾਂ ਦਾ ਸੰਗ ਹੋ ਜੇ, ਤੇ ਆਪਾਂ ਵੀ ਆਪਦੇ ਜੀਵਨ ਦਾ ਜੋ ਅਸਲ ਮਕਸਦ ਹੈ
उस जीवन के असल मकसद का आप लाहा कट के इतों वापस जा सकते, मालक के नाल मिलाप कर सकते हैं। इस वास्ते फिर आपनू कहते भी ऐसे ज्ञानियों का, ऐसे गुरमुखां का संग करो, उन्होंने सत संगत कहते हैं। सत संगत इसनूं ही कहते जिथे सच ते नाम की महिमा होंदी, जिथे ज्ञान दिता जाता सानू तरलोकी तो उपरदा। भाइयों महाराज सानू समझाते कहते सत संगत कैसी जानी है, जिसे एको नाम वखाणी है। जिसे नाम का वख्यान होंदा उन्होंने सत संगत समझो। नहीं तो जिथे चार जीव उधर बैठे संगत वो भी है, उन्होंने सत संगत नहीं कहते। जिथे संसार दीयां गल्लां हुंदियां, जिथे किसी नाल दुग्ध की गल की जाती, जिथे ईरखा नफरत की गल की जाती, हौमे हंकार दे विच गल की जाती, उन्होंने सत संगत का नाम नहीं दिता है। सत संगत उसे गुरबाणी गुरु चाकिया जिथे सीधा ही सानू मालक नूं मिलाप का रस्ता दसिया जाता है। जिथे सानू कोई संसार की दुनियावी माया की गल नहीं सुनाई जाती, सानू दुग्ध की गल नहीं सुनाई जाती, सानू जो ये प्रेम कहानी है मालक नूं मिलाप दी, भी किवें असीं परमात्मा तो विछड़े, किवें असीं मिलना, इनू सत संगत कहते। इसलिए महाराज कहते हैं कथ कहानी प्रेम की को प्रीतम आखी आई। वेद कहानी ही प्रेम की है, दुग्ध की तो गल ही कोई नहीं है। जे सानू कोई दुग्ध की गल सुनाउंदा, किसी की निंदिया सुनाउंदा, वो सत संगत है ही नहीं है। जे असी आखांगे भी उत्थे जाके सानू कोई लाहा होएगा, सानू उसे लाहा कोई नहीं होना। साडे मन ते होर मैल चढ़ जाए, साडे अंदर होर दुग्ध, होर ईरखा नफरत वध जानी है, तो साडे मन ते होर मैल चढ़ जानी, साडे मन ने होर दुखी, होर अशांत हो जाना है। इस वास्ते फिर सच्चे पातशाह सत्संगत की वडियाई करते भी जिन्होंने सत्संगत मिल जाती है वो तो गुरमुख इन्ना प्यार दे विच आ जाते, उन्हां दे अंदरों ये जिहड़ी हौमे हंकार खत्म हो के उन्हां दा मन सहज विच आ जाता है। इसलिए फिर वो तर जाते नहीं। ताइयों महाराज कहते मेरे माधो जी सत संगत मिले सो तरे है। भी जदों असीं सत्संगत करांगे साडे मन तो मैल उतर जानी। जदों मन तो मैल उतर गई मन ने नमाना हो जाना, मन ने नीवा हो जाना। तो गुरु नानक दा घर ही नीवें आंदा है, नमाने आंदा है। जिन्ना असीं मन करके नीवें होवांगे उन्ना ही असीं सुखी हो जाना, उन्ना ही असीं आनंद अवस्था च आ जाना है। सो इस वास्ते महाराज कहते भी जिहड़ा आपदे आप नूं नीवां समझदा असल दे विच आत्मक तौर ते वो अंदरों उच्चा हो जाता है। सच्चे पातशाह कहते आपस को जो जाने नीचा सो गणीए सब ते उच्चा। भी उहनूं गिणो भी सब तो उच्चा हो गया जिहड़ा आपदे आप नूं नमाना हो गया। हुण नमाना साडा मन उदा नहीं होंदा जद तक असीं सत्संगत नहीं करते, सिमरन नहीं करते, सानू ज्ञान नहीं होंदा, उन्ना समा मन नमाना नहीं होंदा। सगों तो इहदे अंदर होर हौमे आ जाते, होर हंकार आ जाता। इहो कारण है भी कई जीव आपां देखते हाँ भी गुरु घर भी जाते आ, गुरबाणी भी पढ़ते आ, सेवा भी बड़ी करते, पर अंदर जिहड़ा हौमे हंकार वो भी बड़ा ज़्यादा है। जदों बोलते फिका बोलते, इन्ना क्रोध दे विच बोलते, गुस्से विच बोलते भी दूसरे दे मन नूं भी दुखी कर देंदे, शांत कर देंदे। उसदा कारण की है भी उन्हां नूं सत संगत नहीं मिली, सोझी नहीं आई, भेत नहीं आया भी असीं गुरबाणी काहदे वास्ते पढ़नी है, जां असीं सेवा करते हैं काहदे वास्ते करनी है।
ਸੇਵਾ ਜਿਹੜੀ ਆਪਾਂ ਕਰਦੇ ਹਾਂ ਜਾਂ ਅਸੀਂ ਸਤ ਸੰਗਤ ਕਰਦੇ ਹਾਂ, ਇਸ ਕਰਕੇ ਕਰੀਦੀ ਹੈ ਵੀ ਸਾਡਾ ਮਨ ਨਿਰਮਲ ਹੋਵੇ। ਸਾਡਾ ਮਨ ਹੈ ਜਿਹੜਾ ਇਹ ਧੋਤਾ ਜਾਵੇ, ਇਹ ਨਮਾਨਾ ਹੋ ਜੇ। ਪਰ ਮਹਾਰਾਜ ਕਹਿੰਦੇ ਬਈ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਉਹ ਮਨ ਤਾਂ ਨਮਾਨਾ ਹੁੰਦਾ ਹੀ ਨਹੀਂ, ਉਹ ਤਾਂ ਨੀਵਾਂ ਹੁੰਦਾ ਹੀ ਨਹੀਂ। ਉਹ ਤਾਂ ਫਿਰ ਸਗਾ ਤੇ ਜਦੋਂ ਜੀਵ ਆਪਦੀ ਮੱਤ ਵਰਤਦਾ, ਉਹ ਦੂਸਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਬਈ ਮੈਂ ਇੰਨਾ ਕਰਦਾ, ਮੈਂ ਇੰਨੀ ਸੇਵਾ ਕਰਦਾ, ਦੂਜਾ ਕਰਦਾ ਹੀ ਨਹੀਂ। ਮੈਂ ਇੰਨੀ ਬਾਣੀ ਪੜ੍ਹਦਾ, ਦੂਸਰਾ ਪੜ੍ਹਦਾ ਹੀ ਨਹੀਂ ਹੈ। ਉਹਦੇ ਅੰਦਰ ਜਾਣੀ ਦੀ ਹੋਰ ਹਉਮੈ ਆ ਜਾਂਦੀ, ਹੋਰ ਹੰਕਾਰ ਆ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਫਿਰ ਹਉਮੈ ਹੰਕਾਰ ਹੈ, ਐਸਾ ਪੜ੍ਹਿਆ ਹੋਇਆ ਵੀ ਗੁਰਬਾਣੀ ਗੁਰੂ ਨੂੰ ਮੂਰਖ ਕਹਿੰਦੀ। ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਏ, ਜਿਸ ਲੱਭ ਲੋਭ ਹੰਕਾਰ। ਸੱਚੇ ਪਾਤਸ਼ਾਹ ਕਹਿੰਦੇ ਐਸਾ ਪੜ੍ਹਿਆ ਵੀ ਇਹ ਕਿੱਡਾ ਮੂਰਖ, ਨਾਲੇ ਪੜ੍ਹੀ ਵੀ ਜਾਂਦਾ ਹੈ, ਫਿਰ ਵੀ ਨਾਲੇ ਲੋਭ ਵੀ ਕਰਦਾ, ਹਉਮੈ ਵੀ ਕਰਦਾ, ਹੰਕਾਰ ਵੀ ਕਰਦਾ। ਇਹ ਕਹਿੰਦੇ ਬੜਾ ਵੱਡਾ ਮੂਰਖ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਨੂੰ ਸਤ ਸੰਗਤ ਮਿਲਦੀ ਹੈ, ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਗੁਰੂ ਦੀ ਮੱਤ ਦੁਆਰਾ ਚੱਲਦੇ, ਫਿਰ ਸਾਡਾ ਮਨ ਇਹ ਨੀਵਾਂ ਹੁੰਦਾ, ਨਤਾਣਾ ਹੁੰਦਾ। ਜਿਉਂ-ਜਿਉਂ ਅਸੀਂ ਨੀਵੇਂ ਹੋਵਾਂਗੇ, ਨੀਵੇਂ ਕਦੋਂ ਹੋਵਾਂਗੇ? ਜਿਉਂ-ਜਿਉਂ ਸਾਡਾ ਮਨ ਨਿਰਮਲ ਹੋਵੇਗਾ। ਜਿੰਨਾ ਸਾਡਾ ਮਨ ਨਿਰਮਲ ਹੋਏਗਾ, ਜਿੰਨਾ ਸ਼ੁੱਧ ਹੋਏਗਾ, ਇਹ ਓਨਾ ਹੀ ਨਮਾਣਾ ਹੋਏਗਾ, ਓਨਾ ਹੀ ਨੀਵਾਂ ਹੋ ਜਾਂਦਾ ਹੈ। ਇਸ ਵਾਸਤੇ ਜੋ ਗੁਰਮੁਖ ਹੈ, ਉਹਦੇ ਮਨ ਦੀ ਅਵਸਥਾ ਇਹ ਬਈ ਉਹ ਆਪਦੇ ਆਪ ਨੂੰ ਨਮਾਣਾ ਸਮਝਦਾ। ਮਹਾਰਾਜ ਕਹਿੰਦੇ ਮਨ ਤੂੰ ਮਤ ਮਾਨ ਕਰੀ, ਜੇ ਹੋ ਕਿਛ ਜਾਣਦਾ, ਗੁਰਮੁਖ ਨਮਾਣਾ ਹੋ। ਬਈ ਗੁਰਮੁਖ ਜਿਹੜਾ ਉਹ ਬੜਾ ਨੀਵਾਂ, ਉਹ ਬੜਾ ਨਮਾਣਾ, ਉਹਦਾ ਸੀਸ ਝੁਕਦਾ ਹੀ ਰਹਿੰਦਾ, ਉਹ ਹੱਥ ਹੀ ਜੋੜਦਾ ਰਹਿੰਦਾ, ਨਮਸਕਾਰ ਕਰਦਾ। ਕਿਉਂ ਕਰਦਾ? ਕਿਉਂਕਿ ਉਹਨੂੰ ਭੇਤ ਆ ਗਿਆ, ਉਹਨੂੰ ਸੋਝੀ ਹੋ ਗਈ ਵੀ ਸਾਹਮਣੇ ਨਿਰਗੁਣ 'ਚ ਵੀ ਮਾਲਕ ਹੈ ਅਤੇ ਸਰਗੁਣ ਰੂਪ ਦੇ ਵਿੱਚ ਵੀ ਉਹ ਸਭ ਦੇ ਅੰਦਰ ਬੈਠਾ। ਇਸ ਕਰਕੇ ਫਿਰ ਉਹ ਮਾਲਕ ਦਾ ਰੂਪ ਜਾਣ ਕੇ ਸਭ ਦੇ ਨਾਲ ਪ੍ਰੇਮ ਕਰਦਾ। ਅਤੇ ਇਹੋ ਸਾਨੂੰ ਫਿਰ ਉਹ ਸਮਝਾਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਤੇ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਅਤੇ ਖੇਲ ਹੀ ਪ੍ਰੇਮ ਦਾ। ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਈ ਜੇ ਅਸੀਂ ਹੁਣ ਪ੍ਰੇਮ ਕਰਾਂਗੇ ਫੇਰ ਹੀ ਮਾਲਕ ਨੂੰ ਮਿਲਾਂਗੇ। ਅਤੇ ਜੇ ਅਸੀਂ ਹਉਮੈ ਹੰਕਾਰ 'ਚ ਹੀ ਬੋਲਦੇ ਰਹੇ, ਦੂਸਰਿਆਂ ਨੂੰ ਫਿੱਕਾ ਮਾੜਾ ਹੀ ਬੋਲਦੇ ਰਹੇ, ਅਤੇ ਫਿਰ ਅਸੀਂ ਆਖੀਏ ਵੀ ਅਸੀਂ ਰੱਬ ਨੂੰ ਮਿਲ ਲਾਂਗੇ, ਫਿਰ ਕਿਵੇਂ ਮਿਲ ਲਾਂਗੇ? ਮਹਾਰਾਜ ਤਾਂ ਕਹਿੰਦੇ ਪ੍ਰੇਮ ਕਰੋ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਮਿਲੇ, ਰੱਬ ਨਾਲ ਮਿਲਾਪ ਕੀਤਾ। ਅਤੇ ਅਸੀਂ ਜੇ ਫਿੱਕਾ ਬੋਲਦੇ, ਮਾੜਾ ਬੋਲਦੇ, ਹਉਮੈ ਹੰਕਾਰ 'ਚ ਬੋਲਦੇ ਹਾਂ, ਦੂਸਰਿਆਂ ਦੇ ਮਨ ਨੂੰ ਦੁੱਖ ਦਿੰਦੇ ਹਾਂ, ਚੋਟ ਪਹੁੰਚਾਉਂਦੇ ਹਾਂ, ਫਿਰ ਅਸੀਂ ਆਖੀਏ ਵੀ ਰੱਬ ਸਾਡੇ 'ਤੇ ਬੜਾ ਮਿਹਰਬਾਨ ਹੋ ਕੇ ਵੀ ਅਸੀਂ ਉਹਦੇ ਨਾਲ ਮਿਲਾਪ ਕਰ ਲਾਂਗੇ, ਅਤੇ ਫਿਰ ਅਸੀਂ ਕਿਵੇਂ ਕਰਾਂਗੇ? ਫਿਰ ਤਾਂ ਕਰ ਹੀ ਨਹੀਂ ਸਕਦੇ ਉਹਦੇ ਨਾਲ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਪਰਮਾਤਮਾ ਨੂੰ ਅਸੀਂ ਕਿਵੇਂ ਮਿਲੀਏ? ਵੀ ਜਿਹੜੀ ਚੀਜ਼ ਤੋਂ ਸਤਿਗੁਰੂ ਸਾਨੂੰ ਰੋਕਦੇ, ਵੀ ਕਿਸੇ ਨੂੰ ਫਿੱਕਾ ਨਾ ਬੋਲੋ, ਕਿਸੇ ਦਾ ਮਨ ਨਾ ਦਿਖਾਓ, ਅਤੇ ਅਸੀਂ ਉਹੀਓ ਦਿਖਾਉਂਦੇ ਹਾਂ, ਉਹੀਓ ਕੰਮ ਕਰਦੇ ਹਾਂ, ਅਤੇ ਫਿਰ ਅਸੀਂ ਕਿਵੇਂ ਮਿਲਾਂਗੇ ਮਾਲਕ ਨੂੰ? ਸੱਚੇ ਪਾਤਸ਼ਾਹ ਕਹਿੰਦੇ ਕਹੋ ਗਸਾਈ ਮਿਲੀਏ ਕਿਹੇ, ਜੋ ਬਿਵਰ ਜਾਤੇ ਸਿਉਨੇ। ਵੀ ਜਿਹੜੀ ਚੀਜ਼ ਤੋਂ ਸਾਨੂੰ ਰੋਕਦੇ ਅਸੀਂ ਉਹੀਓ ਕਰਦੇ, ਅਤੇ ਫਿਰ ਅਸੀਂ ਕਿਵੇਂ ਮਿਲਾਂਗੇ? ਉਹ ਕਹਿੰਦੇ ਪ੍ਰੇਮ ਕਰੋ, ਅਸੀਂ ਨਫ਼ਰਤ ਕਰਦੇ। ਉਹ ਕਹਿੰਦੇ ਵੀ ਮਾਲਕ ਦਾ ਰੂਪ ਨੇ, ਅਸੀਂ ਨਿੰਦਿਆ ਕਰਦੇ, ਅਤੇ ਫਿਰ ਅਸੀਂ ਕਿਵੇਂ ਮਿਲਾਂਗੇ? ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਮਾਰਗ ਹੈ ਪ੍ਰੇਮ ਦਾ। ਇਹ ਜਿਹੜੀ ਅਗਾਥ ਕਹਾਣੀ, ਇਹ ਸਾਰੀ ਪ੍ਰੇਮ ਦੀ ਕਹਾਣੀ ਹੈ। ਭਾਈਓ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਤ ਸੰਗਤ
ਉਸ ਨਹੀਂ ਕਹਿੰਦੇ, ਜਿੱਥੇ ਫਿਰ ਇਹ ਪ੍ਰੇਮ ਹੀ ਪ੍ਰੇਮ ਸਾਨੂੰ ਸਮਝਾਇਆ ਜਾਂਦਾ, ਸਿਖਾਇਆ ਜਾਂਦਾ ਹੈ। ਸੋ ਇਹ ਪ੍ਰੇਮ ਸਾਡੇ ਅੰਦਰ ਫਿਰ ਪ੍ਰਗਟ ਹੋ ਜੇ, ਸਾਡੇ ਅੰਦਰ ਵੀ ਇਹ ਪੈਦਾ ਹੋ ਜੇ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਧੋਵੋ, ਮਨ ਨੂੰ ਸ਼ੁੱਧ ਕਰੋ। ਅਤੇ ਮਨ ਸਾਡਾ ਧੋਤਾ ਜਾਣਾ ਸਿਮਰਨ ਕਰਕੇ। ਆਓ ਹੁਣ ਕਿਵੇਂ ਅਸੀਂ ਮਨ ਨੂੰ ਧੋਣਾ, ਮਨ ਦਾ ਇਸ਼ਨਾਨ ਕਰਾਉਣਾ। ਜੋ ਮਾਰੇ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਵੀ ਸਿਮਰਨ ਕਰਕੇ ਮਨ ਦਾ ਇਸ਼ਨਾਨ ਕਰਾਉਣਾ ਤਾਂ ਕਿ ਸਾਡਾ ਮਨ ਸ਼ੁੱਧ ਹੋ ਜੇ। ਆਓ ਜੋ ਸਤਿਗੁਰੂ ਆਪਾਂ ਨੂੰ ਸਾਸਕ ਰਸ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਜਦੋਂ ਆਪਾਂ ਗੁਰਮੁਖੋ ਇਹ ਅਭਿਆਸ ਕਰਦੇ ਹਾਂ, ਇਹਦੇ ਨਾਲ ਆਪਣਾ ਮਨ ਧੋਤਾ ਜਾਂਦਾ, ਸ਼ੁੱਧ ਹੁੰਦਾ। ਹੁਣ ਇਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਆਲਸ ਨਹੀਂ ਕਰਨੀ, ਢਿੱਲ ਨਹੀਂ ਵਰਤਣੀ। ਸੰਸਾਰ 'ਚ ਨਹੀਂ ਤਾਂ ਜੀਵ ਕੀ ਕਰਦਾ ਹੈ ਬਈ ਜਦੋਂ ਤਾਂ ਕੋਈ ਬੁਰਾ ਕਰਮ ਕਰਨਾ ਹੁੰਦਾ ਉਦੋਂ ਆਲਸ ਨਹੀਂ ਕਰਦਾ, ਉਦੋਂ ਢਿੱਲ ਨਹੀਂ ਵਰਤਦਾ। ਜਦੋਂ ਇਹ ਚੰਗਾ ਕਰਮ ਕਰਨਾ ਹੁੰਦਾ, ਸਿਮਰਨ ਅਭਿਆਸ ਕਰਨਾ ਹੁੰਦਾ, ਉਹਦੇ 'ਚ ਆਲਸ ਕਰਦਾ, ਇਹਦੇ 'ਚ ਢਿੱਲ ਵਰਤਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਿਆਈ ਆਲਕ ਕਰੇ ਬਰਿਆਈ ਹੋਈ ਸ਼ੇਰ। ਬਈ ਜਦੋਂ ਤਾਂ ਚੰਗਿਆਈ ਕਰਨ, ਜਦੋਂ ਤਾਂ ਸਿਮਰਨ ਕਰਨਾ, ਉਦੋਂ ਸੁੱਤਾ ਰਹਿੰਦਾ, ਉਦੋਂ ਆਲਸ ਕਰਦਾ ਅਤੇ ਬਰਿਆਈ ਵੇਲੇ ਸ਼ੇਰ ਬਣ ਜਾਂਦਾ। ਇਸ ਵਾਸਤੇ ਫਿਰ ਕਹਿੰਦੇ
ਵੀ ਇਹਦੇ ਵਿੱਚ ਆਪਾਂ ਢਿੱਲ ਨਹੀਂ ਵਰਤਣੀ, ਆਲਸ ਨਹੀਂ ਕਰਨੀ, ਵੀ ਇਹ ਆਪਣਾ ਨਿੱਜੀ ਕੰਮ ਹੈ, ਇਹਨੂੰ ਜ਼ਰੂਰੀ ਸਮਝਣਾ ਵੀ ਅਸੀਂ ਕਰਨਾ ਹੀ ਕਰਨਾ। ਨਹੀਂ ਤਾਂ ਮਹਾਰਾਜ ਕਹਿੰਦੇ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਵੀ ਜਦੋਂ ਤਾਂ ਨਾਮ ਜਪਣਾ ਹੁੰਦਾ ਉਦੋਂ ਸੁੱਤਾ ਰਹਿੰਦਾ, ਉਦੋਂ ਆਲਸ ਕਰਦਾ, ਅਤੇ ਜਦੋਂ ਉਹੀਓ ਕੋਈ ਸੰਸਾਰ ਦਾ ਕਰਮ ਕਰਨਾ ਹੋਵੇ ਦੁਨਿਆਵੀ, ਉਹਦਾ ਸਾਨੂੰ ਫਿਕਰ ਹੁੰਦਾ ਵੀ ਅਸੀਂ ਕਰਨਾ ਹੀ ਕਰਨਾ ਜੀ, ਕਿਤੇ ਰਹਿ ਨਾ ਜਾਵੇ, ਸਾਨੂੰ ਘਾਟਾ ਪੈਂਦਾ। ਅਤੇ ਇਹਦਾ ਸਾਨੂੰ ਭੇਦ ਨਹੀਂ ਵੀ ਸਾਨੂੰ ਕਿੰਨਾ ਘਾਟਾ ਪੈਂਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡਾ ਨਿੱਜੀ ਕੰਮ ਹੈ, ਇਹਦੇ ਵਿੱਚ ਅਲਕ ਨਹੀਂ ਕਰਨਾ, ਇਹਦੇ ਵਿੱਚ ਆਲਸ ਨਹੀਂ ਕਰਨਾ, ਢਿੱਲ ਨਹੀਂ ਵਰਤਣੀ। ਜਿਹਦੇ ਨਾਲ ਸਾਨੂੰ ਇੱਥੇ ਵੀ ਸੁੱਖ ਮਿਲਣਾ, ਸ਼ਾਂਤੀ ਆਉਣੀ ਸਾਡੇ ਮਨ ਨੂੰ, ਅਤੇ ਜਦੋਂ ਅਸੀਂ ਦਰਗਾਹ 'ਚ ਜਾਣਾ ਉੱਥੇ ਵੀ ਸਾਡਾ ਮੁੱਖ ਉਜਲ ਹੋਣਾ। ਇਸ ਲਈ ਮਹਾਰਾਜ ਫਰਮਾਉਂਦੇ ਆਪਣੇ ਕਾਰਜ ਕੋ ਕਿਉਂ ਲਕਾਈਏ, ਜੈਤ ਸਿਮਰਤ ਦਰਗੇ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਬਈ ਸੰਸਾਰ ਦਾ ਤਾਂ ਅਸੀਂ ਕਰਮ ਕਰਦੇ ਹਾਂ, ਢਿੱਲ ਨਹੀਂ ਵਰਤਦੇ, ਹਾਲਾਂਕਿ ਸਾਨੂੰ ਪੱਕਾ ਪਤਾ ਵੀ ਨਹੀਂ ਵੀ ਉਹ 'ਚੋਂ ਸਾਨੂੰ ਸੁੱਖ ਮਿਲੇ ਕਿ ਨਾ ਮਿਲੇ, ਮਿਲਦਾ ਵੀ ਨਹੀਂ ਹੈ। ਪਰ ਇਹਦੇ 'ਚ ਤਾਂ ਮਹਾਰਾਜ ਸਾਨੂੰ ਪੂਰਾ ਭਰੋਸਾ ਦਿਵਾਉਂਦੇ ਵੀ ਜੇ ਤੁਸੀਂ ਕਰੋਗੇ ਤੁਸੀਂ ਸਦਾ ਸੁਖੀ ਹੋ ਜਾਓਗੇ। ਪਰ ਅਸੀਂ ਫੇਰ ਵੀ ਨਹੀਂ ਕਰਦੇ। ਜੇ ਅਸੀਂ ਫੇਰ ਵੀ ਨਹੀਂ ਕਰਦੇ, ਫਿਰ ਸਾਨੂੰ ਕਹਿੰਦੇ ਵੀ ਫਿਰ ਅਸੀਂ ਕਿਵੇਂ ਸੁਖੀ ਹੋਵਾਂਗੇ। ਵੀ ਇਹ ਜਿਹੜਾ ਸੁਖੀ ਹੋਣ ਵਾਸਤੇ ਤਾਂ ਸਿਮਰਨ ਹੈ, ਜਿਨ੍ਹਾਂ ਨੇ ਵੀ ਕੀਤਾ ਉਹ ਜੀਵ ਸੀ ਜਿਹੜੇ ਗੁਰਮੁਖ, ਉਹ ਸੁਖੀ ਹੋ ਗਏ। ਅਤੇ ਉਹਨਾਂ ਨੇ ਆਪਾਂ ਨੂੰ ਦੱਸਿਆ, ਕਹਿੰਦੇ ਸਿਮਰ 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 ਸੁੱਖ ਪਾਇਆ। ਵੀ ਅਸੀਂ ਸਿਮਰਨ ਕੀਤਾ ਅਤੇ ਫਿਰ ਸੁੱਖ ਦੀ ਪ੍ਰਾਪਤੀ ਕੀਤੀ। ਤੁਸੀਂ ਵੀ ਕਰੋ, ਤੁਸੀਂ ਵੀ ਸੁਖੀ ਹੋ ਜਾਓ। ਸੋ ਇਸ ਵਾਸਤੇ ਹੁਣ ਆਪਾਂ ਸਤਿਗੁਰਾਂ ਦਾ ਕਹਿਣਾ ਮੰਨ ਕੇ ਇਹਦੇ ਵਿੱਚ ਆਪਾਂ ਢਿੱਲ ਨਹੀਂ ਵਰਤਣੀ, ਆਲਸ ਨਹੀਂ ਕਰਨੀ, ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਤਾਂ ਕਿ ਜੋ ਆਪਾਂ ਨੂੰ ਸਵਾਲ ਕਰਦੇ ਸਤਿਗੁਰੂ, ਜੋ ਸਾਨੂੰ ਪੁੱਛਦੇ, ਜੇ ਅਸੀਂ ਵਿਚਾਰ ਕੇ ਗੁਰਬਾਣੀ ਗੁਰੂ ਨੂੰ ਪੜ੍ਹਿਆ ਹੋਏਗਾ ਤਾਂ ਅਸੀਂ ਦੱਸ ਸਕਦੇ। ਜਦੋਂ ਸਵਾਲ ਕਰਨਗੇ ਅਸੀਂ ਦੱਸ ਦਾਂਗੇ ਵੀ ਇਹਦਾ ਆਹ ਉੱਤਰ ਹੈ। ਜੇ ਅਸੀਂ ਵਿਚਾਰਿਆ ਨਹੀਂ ਅਤੇ ਅਸੀਂ ਦੱਸ ਹੀ ਨਹੀਂ ਸਕਾਂਗੇ ਵੀ ਸਾਨੂੰ ਕੀ ਪੁੱਛਦੇ ਨੇ, ਸਾਨੂੰ ਪਤਾ ਹੀ ਨਹੀਂ ਹੋਏਗਾ, ਕਿਉਂਕਿ ਜਦੋਂ ਅਸੀਂ ਵਿਚਾਰਿਆ ਹੀ ਨਹੀਂ ਹੈ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਉਹਨੂੰ ਆਪ ਹੀ ਧਿਆਨ ਦੇ ਨਾਲ ਸੁਣਨਾ ਅਤੇ ਨਾਲ ਨਾਲ ਉਹਨੂੰ ਵਿਚਾਰਨਾ ਵੀ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਦੇ ਹਾਂ ਓਨਾ ਹੀ ਆਪਾਂ ਨੂੰ ਲਾਹਾ। ਇਹ ਆਪਣਾ ਸਾਰਿਆਂ ਦਾ ਧਨ ਹੈ, ਜਿਹੜਾ ਸਵਾਸਾਂ ਦਾ ਇਕੱਠਾ ਖੇਪ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦਾ। ਇਸ ਨੂੰ ਮਹਾਰਾਜ ਕਹਿੰਦੇ ਵੱਖਰ ਨਾਮ ਲਭ ਖੇਪ ਚ ਲਾਵੋ, ਲੈ ਲਾਹ ਗੁਰਮੁਖ ਘਰ ਆਵੋ। ਵੀ ਸਾਰੇ ਸਤ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਫਿਰ ਕਹਿੰਦੇ ਵੀ ਇਹਨਾਂ ਨੇ ਖੇਪ ਦੇ ਰੂਪ ਦੇ ਵਿੱਚ ਇੰਨਾ ਧਨ ਸਵਾਸਾਂ ਦਾ ਜਮ੍ਹਾਂ ਕਰਾ ਦਿੱਤਾ। ਇਹਨੂੰ ਕਹਿੰਦੇ ਵਣਜ ਕਰਨਾ, ਵਪਾਰ ਕਰਨਾ। ਗੁਰਮੁਖ ਫਿਰ ਇਹ ਵਪਾਰ ਕਰਦੇ, ਜਿਵੇਂ ਇੱਕ ਤਾਂ ਸੰਸਾਰੀ ਜੀਵ ਵਪਾਰ ਕਰਦੇ, ਉਹ ਦੇਖਦੇ ਵੀ ਅਸੀਂ ਵਪਾਰ 'ਚੋਂ ਕਿੰਨਾ ਸਾਨੂੰ ਲਾਹਾ ਹੋਇਆ, ਅਤੇ ਗੁਰਮੁਖ ਨੇ ਜਿਹੜੇ ਉਹ ਇਹ ਵਪਾਰ ਕਰਦੇ, ਸਵਾਸਾਂ ਦਾ ਵਣਜ ਕਰਦੇ। ਜਦੋਂ ਇਹ ਵਪਾਰ ਕਰਦੇ ਫਿਰ ਇਹਦਾ ਜਿਹੜਾ ਹਿਸਾਬ ਉਹ ਸੱਚੇ ਦਰਬਾਰ 'ਚ ਹੁੰਦਾ। ਜਦੋਂ ਆਪਾਂ ਦਰਗਾਹ 'ਚ ਜਾਂਦੇ ਨਾ ਪਰਲੋਕ 'ਚ, ਉੱਥੇ ਹਿਸਾਬ ਹੁੰਦਾ ਵੀ ਕਿੰਨਾ ਇਹਨਾਂ ਨੇ ਵਪਾਰ ਕੀਤਾ। ਇਸ ਨੂੰ ਫਿਰ ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਅੱਗੇ ਸਭ ਸਜਾਨ ਹੈ ਲੈਸੀ ਵਸ ਸੰਭਾਲ। ਭਾਈ ਰੇ ਰਾਮ ਕਹੋ ਚਿੱਤ ਲਾਈ। ਫਿਰ ਇਹ ਵਣਜ ਜਦੋਂ ਆਪਾਂ ਵਪਾਰ ਕਰਦੇ, ਇਹ ਫਿਰ ਆਪਣਾ ਸਾਰਾ ਮੋਖ ਦੇ ਹੱਟ ਤੇ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੁੰਦਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਧਨ ਹੈ ਜਿਹੜਾ ਸਤ ਸੰਗਤ ਕਰਕੇ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ। ਜਿੰਨਾ ਅਸੀਂ ਜਮ੍ਹਾਂ ਕਰਾਵਾਂਗੇ ਉਨਾ ਹੀ ਅਸੀਂ ਧਨਾਟ ਬਣ ਜਾਵਾਂਗੇ।
उन्ना ही असीं अमीर हो जाएंगे, उन्ना ही असीं सुखी हो जाएंगे। साडा मन जिन्ना साडे कोल धन होएगा उन्ना ही असीं सुखी, उन्ना ही आनंद अवस्था 'च जावांगे। सो इहो सारा फिर भेद आपां नूं गुरबाणी गुरु द्वारा दिता महांपुरखां ने। भाई साहब भाई सेवा सिंह जी धर्माला भी किवें असीं ये वणज करना, किवें वपार करना, किवें साडे मन ने धनवंत बनना, किवें इन्हें कलवंत बनना, किवें इन्हें पदवंता बनना। ये सारा फिर साडे मन नूं सतगुरु संबोधन करके कहंदे ने। सो इस वास्ते हुण ये आपां वध तों वध संगत करके जीवन का लाहा कटना है। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु 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 वाहिगुरु। वाहिगुरु जी का खालसा वाहिगुरु जी की फतेह।